ਦਾਤਾਰ ਪਰਿਓ ਜਾਚ ਕੇ ਸ਼ਰਨ ਮਿਲੈ ਦਾਨ ਸੰਤ ਨੇਣ ਜੇ ਲਗ ਭਉ ਤਰਨਾ ਬਿੰਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਵ ਦਰਸ ਮਨ ਚਾਉ ਭਗਤੇ ਮਨ ਕੈ ਰਾਵੈ ਮਰਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਰੁਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਆ ਤਾਤੇ ਅੰਗਦ ਕਹਿਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੈ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਮਾਣ ਗੁਰੂ ਅਰਜਨ ਪਿਖੋ ਨੈਣ ਸਗਲ ਦੁਆਰ ਕੋ ਛਾੜ ਕੇ ਕਹਿਓ ਤੁਹਾਰੋ ਦੁਆਰ ਵਾਹੇ ਗਏ ਕੀ ਲਾਜ ਅਸ ਗੋਬਿੰਦਾਸ ਦੁਆਰ ਸਗਲ ਦੁਆਰ ਕੋ ਛਾੜ ਕੇ ਕਹਿਓ ਤੁਹਾਰੋ ਦੁਆਰ ਵਾਹੇ ਗਏ ਕੀ ਲਾਜ ਅਸ ਗੋਬਿੰਦਾਸ ਦੁਆਰ। ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ। ਗੁਰੂ ਸਾਹਿਬ ਜੀਓ ਆਸਾਰ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਆਸਾਰ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੋਇਆ ਭਾਏ ਬਗੁਚੀਐ ਗਲ ਪਈ ਸੋ ਜਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਰੈਣ ਬਿਹਾਨੀ ਪਛਤਾਨੀ ਉਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰਿ ਚਰਨ ਨਿਵਾਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰਿ ਚਰਨ ਨਿਵਾਸ ਆਸਾਰ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿਨਾ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਗੁਰਮੁਖ ਮਾਈ ਭਾਈ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸੱਜ ਕੇ ਪਹਿਲਾਂ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੰਪੂਰਨ 12 ਮਾਹ ਦਾ ਪਾਠ ਅਤੇ 12 ਮਹੀਨਿਆਂ ਵਿੱਚੋਂ ਜੋ ਇਹ ਹਾੜ ਦਾ ਮਹੀਨਾ ਚੜ੍ਹਿਆ ਹੈ, ਇਸ ਦੁਆਰਾ ਜੋ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ ਉਹ ਦੁਬਾਰਾ ਸਰਵਣ ਕੀਤਾ ਹੈ। ਸੋ ਉਸ ਦੀ ਕਥਾ ਵਿਚਾਰ ਦੀ ਸਾਂਝ ਕਰਨੀ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਕਿਉਂਕਿ ਜੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਫਿਰ ਹੀ ਸ਼ੁੱਧ ਵਿਚਾਰ ਨਿਰਮਲ ਵਿਚਾਰ ਹੁੰਦੀ ਹੈ ਤੇ ਨਿਰਮਲ ਤੇ ਸ਼ੁੱਧ ਸਰੂਪ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਤੇ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ
ਸਮਾਨ ਰੂਪ ਜਿਸਨੂੰ ਅਸਤੀ ਭਾਂਤੀ ਪ੍ਰਿਆ ਸ਼ਬਦਾਂ ਦੇ ਨਾਲ ਵਰਣਨ ਕੀਤਾ ਜਾਂਦਾ ਹੈ। ਉਹ ਸਾਰੇ ਹੀ समान रूप करके व्यापक है। उसका ही जो शुद्ध स्वरूप है वो सत चित आनंद स्वरूप है। असी पंथी प्रैता दाता बोध सर्वरूप करके सर्व दे ताई ही हो रहा है। चाहे निर्णय पूर्वक उसकी विचार किसे किसे नूं ही है। ਹੁਣ ਚਾਹੇ ਕੋਈ ਪੜ੍ਹਿਆ ਹੋਇਆ ਹੈ, ਚਾਹੇ ਅਨਪੜ੍ਹ ਹੈ, ਅਤੇ ਉਹ ਸਾਰਿਆਂ ਦੇ ਤਾਈਂ ਹੀ ਸਮਾਨ ਰੂਪ ਕਰਕੇ ਉਸਦਾ ਬੋਧ ਹੈ। ਉਹ ਆਪ ਆਪਣੀਆਂ ਬੁੱਧੀਆਂ ਦੇ ਵਿੱਚ, ਕਿਉਂਕਿ ਬੁੱਧੀ ਇੱਕ ਚੀਜ਼ ਹੈ, ਵਸਤੂ ਹੈ ਜਿਸ ਦੁਆਰਾ ਚੰਗੇ ਮਾੜੇ ਦਾ ਗਿਆਨ ਹੁੰਦਾ ਹੈ। ਕਿਉਂਕਿ ਬੁੱਧੀ ਦਾ ਲੱਛਣ ਕੀਤਾ ਹੈ ਵੀ ਕਿਸੇ ਵਸਤੂ ਦੇ ਚੰਗੇ ਮਾੜੇ ਗਿਆਨ ਨੂੰ ਸਮਝਣ ਵਾਲੀ ਜਿਹੜੀ ਉਹਨੂੰ ਬੁੱਧੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਮਨ ਅਤੇ ਚਿੱਤ ਅਤੇ ਮਨ ਜਿਹੜਾ ਇਹ ਸੰਕਲਪ ਵਿਕਲਪ ਰੂਪ ਹੈ, ਫੁਰਨੇ ਉੱਠਦੇ ਨੇ ਜਿਹਨੂੰ ਕਹਿੰਦੇ ਹੈ, ਮਾੜੇ ਚੰਗੇ ਫੁਰਨੇ, ਇਹ ਮਨ ਹੈ। ਚਿੱਤ ਜਿਹੜਾ ਕੋਈ ਕਿਸੇ ਚੀਜ਼ ਨੂੰ ਚੇਤੇ ਕਰਦਾ ਹੈ ਉਹਨੂੰ ਚਿੱਤ ਕਿਹਾ ਜਾਂਦਾ ਹੈ। ਅਤੇ ਅੱਗੇ ਹੈਗਾ ਅਹੰਕਾਰ। ਅਹੰਕਾਰ ਜਿਹੜਾ ਮੈਂ ਨੂੰ ਸਮਝਦਾ ਹੈ, ਚਾਹੇ ਉਹ ਸ਼ੁੱਧ ਰੂਪ ਕਰਕੇ ਨਹੀਂ, ਵੀ ਇਹ ਸਰੀਰਾਂ ਦਾ ਜਿਹੜਾ ਅਭਿਮਾਨ ਹੈ, ਮੈਂ, ਇਹ ਪਹਿਲੇ ਜਿਹੜੇ ਚਾਰ ਔਰ ਅਹੰ ਭਾਵ ਵੀ ਇਸ ਨੂੰ ਕਹਿੰਦੇ ਹੈ। ਇਸ ਨੂੰ ਗੁਰੂ ਮਹਾਰਾਜ ਨੇ ਹਿਰਦਾ ਕਿਹਾ ਹੈ। ਹਿਰਦਾ ਬਹੁਤ ਵਾਰੀ ਜਾਂ ਹੀਰੇ ਵੀ ਕਿਹਾ ਹੈ। ਮੇਰਾ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਇਹ ਨਿਰਣਾ ਕੀਤਾ ਹੋਇਆ ਅਤੇ ਸੁਣਿਆ ਹੋਇਆ ਤਾਈਓ ਸਫਲਾ ਹੈ
ਫਿਰ ਜੇ ਇਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਚਿੱਤ ਵਿੱਚ ਚੇਤੇ ਆਵੇ ਤੇ ਅਸਲੀ ਜਿਹੜਾ ਹੈ ਸ਼ੁੱਧ ਉਹਦਾ ਬੋਧ ਹੋਵੇ ਤੇ ਫੁਰਨਿਆਂ ਦੇ ਵਿੱਚ ਵੀ ਮਾੜੇ ਫੁਰਨੇ ਤੇ ਚੰਗੇ ਫੁਰਨੇ ਚੰਗੇ ਸੰਕਲਪ ਉਹਨਾਂ ਦੇ ਥਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੋਵੇ, ਨਾਮ ਹੀ ਚੇਤੇ ਆਵੇ, ਨਾਮ ਹੀ ਉਸਦੇ ਤੇ ਮੈਂ ਦੇ ਵਿੱਚ ਵੀ ਜਿਹੜਾ ਅਸਲੀ ਇਹ ਜੀਵ ਦਾ ਸ਼ੁੱਧ ਸਰੂਪ ਹੈ ਉਸ ਦਾ ਅਨੁਭਵ ਹੋਵੇ। ਇਹ ਵਿਚਾਰ ਕਿਉਂ ਕੀਤੀ ਗਈ ਹੈ? ਇਹ ਬਹੁਤਿਆਂ ਨੂੰ ਕਿਉਂਕਿ ਨਹੀਂ ਵੀ ਪੂਰੀ ਪਤਾ ਲੱਗਣੀ ਕਰਕੇ ਸਮਝਣ ਕਰਕੇ ਉਹਨਾਂ ਨੂੰ ਉੱਥੇ ਮਨ ਦੇ ਵਿੱਚ ਚੰਗੀ ਵੀ ਨਹੀਂ ਲੱਗਦੀ, ਐਡੀ ਰੁਚੀਕਾਰ ਵੀ ਨਹੀਂ ਲੱਗਦੀ ਹੈ। ਪਰ ਕਥਾ ਜਿਹੜੀ ਵਿਚਾਰ ਹੈ ਇਸ ਦੇ ਵਿੱਚ ਇਹਦਾ ਪਹਿਲਾਂ ਨਿਰਣਾ ਹੋਣਾ ਹੈ, ਫਿਰ ਉਸ ਨੂੰ ਸਮਝਣਾ ਹੈ, ਉਸ ਦੇ ਵਿੱਚ ਜੋ ਸਤਿਗੁਰੂ ਸਾਹਿਬ ਜੀ ਉਪਦੇਸ਼ ਕਹਿ ਰਹੇ ਨੇ ਉਹਨਾਂ ਦਾ ਫਿਰ ਮੰਨਣ ਕਰਨਾ ਹੈ। ਮੰਨਣ ਤੋਂ ਅੱਗੇ ਚੀਜ਼ ਵਸ ਜਾਣੀ ਹੈ। ਇਹ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਉਪਦੇਸ਼ਾਂ ਦੇ ਨਾਲ ਨਿਰਣੇ ਪੂਰਵਕ ਚਿੰਤਨ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਤੇ ਪ੍ਰੇਮ ਤੇ ਸ਼ਰਧਾ ਇਹਦੇ ਨਾਲ ਤੇ ਨਿਸ਼ਕਪਟਤਾਈ ਦੇ ਨਾਲ ਤੇ ਹੋਰ ਵੀ ਔਗਣ ਜਿਸ ਤਰ੍ਹਾਂ 10 ਦੋਸ਼ ਨੇ, 4 ਰਸਨਾ ਦੇ ਹੈ, ਝੂਠ ਬੋਲਣਾ, ਫਿੱਕਾ ਬੋਲਣਾ, ਨਿੰਦਾ ਕਰਨੀ, ਇਵੇਂ ਮਨ ਦੇ ਵਿੱਚ ਈਰਖਾ, ਦਵੈਸ਼ ਇਹ ਚੀਜ਼ਾਂ ਹੋਣੀਆਂ ਤੇ ਸਰੀਰ ਦੇ ਵੀ ਦੋਸ਼ ਹੈ ਤੇ ਚੌਥਾ ਜ਼ੁਬਾਨ ਦਾ ਹਿੰਸਾ ਵਾਲੇ ਬਚਨ ਬੋਲਣੇ। ਇਸ ਤਰ੍ਹਾਂ ਹੀ ਸਰੀਰ ਦੇ ਵੀ ਦੋਸ਼ਾਂ ਤੋਂ ਰਹਿਤ ਹੋ ਕੇ ਜਿਹੜੇ ਕੋਈ ਪਰਾਇਆ ਹੱਕ ਹੈ ਉਸ ਦੇ ਥਾਂ ਆਪਣੀ ਹੱਕ ਦੀ ਕਮਾਈ ਹੋਵੇ, ਹੇਰਾ ਫੇਰੀ ਨਾ ਹੋਵੇ, ਝੂਠ ਨਾ ਹੋਵੇ, ਇਹਨਾਂ ਗੁਣਾਂ ਦੇ ਸਮੇਤ ਹੋ ਕੇ 10 ਦੋਸ਼ਾਂ ਤੋਂ ਰਹਿਤ ਹੋ ਕੇ ਜਿਹੜਾ ਨਾਮ ਜਪਦਾ ਹੈ, ਸ਼ਰਧਾ ਤੇ ਪ੍ਰੇਮ ਨਾਲ ਜਪਦਾ ਹੈ,
ਨਿਸ਼ਕਾਮਤਾ ਦੇ ਨਾਲ ਜਪਦਾ ਹੈ, ਉਹਨੂੰ ਫਿਰ ਹੁੰਦਾ ਹੈ ਸਿਮਰਾਓ ਸਿਮਰ ਸਿਮਰ ਸੁਖ ਪਾਵੋ। ਤੇ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ। ਇਹ ਜਿਹੜੇ ਸੰਗਤ ਵਿੱਚ ਆਉਂਦੇ ਹੈ, ਕੋਈ ਨਾਮ ਥੋੜ੍ਹਾ ਜਪਦਾ ਹੈ, ਕੋਈ ਬਹੁਤੀ ਬਾਣੀ ਪੜ੍ਹਦਾ ਹੈ, ਅਤੇ ਉਹਦੇ ਵਿੱਚ ਆਪਣੇ ਇਹ ਕੀ ਗੱਲ ਹੈ ਵੀ ਕਿਸੇ ਨੂੰ ਸੁੱਖ ਨਹੀਂ ਹੁੰਦਾ, ਕਿਸੇ ਨੂੰ ਬਹੁਤਾ ਹੋ ਜਾਂਦਾ, ਕਿਸੇ ਨੂੰ ਵਾਹਿਗੁਰੂ ਪਰਮੇਸ਼ਰ ਅਨੁਭਵ ਹੁੰਦਾ ਹੈ, ਕਿਸੇ ਨੂੰ ਨਹੀਂ ਹੁੰਦਾ। ਉਹ ਇਹੀ ਕਾਰਨ ਨੇ ਵੀ ਇਹਨਾਂ ਦੋਸ਼ਾਂ ਤੋਂ ਰਹਿਤ ਹੋ ਕੇ ਫਿਰ ਨਾਮ ਜਪਿਆ ਜਾਏ ਤੇ ਫਿਰ ਬੜੀ ਛੇਤੀ ਵਾਹਿਗੁਰੂ ਪਰਮੇਸ਼ਰ ਦਾ ਅਨੁਭਵ ਹੁੰਦਾ ਹੈ, ਉਸ ਦੀ ਸੂਝ ਬੂਝ ਹੁੰਦੀ ਹੈ, ਸੁਖ ਰੂਪ ਕਰਕੇ ਹੁੰਦੀ ਹੈ, ਅਵਸਥੀ ਸਤ ਰੂਪ ਕਰਕੇ ਹੁੰਦੀ ਹੈ ਵੀ ਹੈ। ਹੁਣ ਤਾਂ ਵੀ ਮੈਂ ਹਾਂ ਇਹ ਸਮਝ ਪ੍ਰਤੱਖ ਹੈ। ਇਹ ਨਹੀਂ ਹੈ ਕਿਸੇ ਨੂੰ ਪਤਾ ਵੀ ਮੈਂ ਕੀ ਹਾਂ। ਸੋ ਕਥਾ ਦਾ ਮਤਲਬ ਤਾਂ ਕਥਨ ਵਿਚਾਰ ਹੁੰਦਾ ਹੈ, ਪਰਮੇਸ਼ਰ ਦੀ ਵਿਚਾਰ ਹੋਣੀ, ਆਤਮਾ ਦੀ ਵਿਚਾਰ ਹੋਣੀ, ਸੰਸਾਰ ਦੀ ਵਿਚਾਰ ਹੋਣੀ, ਸੰਸਾਰ ਕੀ ਚੀਜ਼ ਹੈ, ਮੈਂ ਕੀ ਚੀਜ਼ ਹਾਂ। ਉਸ ਦੇ ਨਾਲ ਫਿਰ ਇੱਕ ਬਿਕ ਕਿਵੇਂ ਹੋ ਇੱਕ ਰੂਪ ਕਿਵੇਂ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਬਾਣੀ ਪੜ੍ਹਨੀ ਹੈ, ਇਸੇ ਤਰ੍ਹਾਂ ਹੀ ਨਾਮ ਜਪਣਾ ਹੈ। ਇਹਦਾ ਜਿਹੜਾ ਅਸਲੀ ਭਾਂਤੀ ਪ੍ਰੈ ਰੂਪ ਕਰਕੇ ਇਹ ਸਾਰਿਆਂ ਦੇ ਵਿੱਚ ਹੀ ਵਿਆਪਕ ਹੈ, ਸਮਾਨ ਰੂਪ ਕਰਕੇ। ਇੱਥੇ ਪਹਿਲੀ ਪੰਕਤੀ ਆਈ ਹੈ, ਆਸ਼ਾੜ ਤਪੰਦਾ ਤਿਸ ਲਗੈ ਹਰ ਨਾਹੋ ਨ ਜਿੰਨਾ ਪਾਸ। ਵੀ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਕੋਲ ਨਹੀਂ ਹੈ, ਕੋਲ ਦਾ ਮਤਲਬ ਕੋਲ ਜਿਹੜੀ ਚੀਜ਼ ਹੈ ਉਹ ਨੇੜੇ ਹੈ, ਐਨ ਪ੍ਰਗਟ ਹੁੰਦੀ ਹੈ। ਪਹਿਲਾਂ ਫਿਰ ਵੀ ਉਹ ਸਮਾਨ ਰੂਪ ਕਰਕੇ ਸਾਰਿਆਂ ਦੇ ਕੋਲ ਹੀ ਹੈ। ਵਿਦਵਾਨਾਂ ਨਿਰਣਾ ਕਰਨ ਵਾਲਿਆਂ ਦਾ ਇਹ ਵਿਚਾਰ ਹੈ ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਜੀਵ ਆਤਮਾ ਹੈ, ਵੀ ਹਉਮੈ ਅਵਿਦਿਆ ਕਰਕੇ ਹੈ, ਉਸਦਾ ਭਾਸ ਹੈ ਵਿੱਚ ਅੰਤਸ਼ਕਰਨ ਦੇ, ਇਸ ਤਰ੍ਹਾਂ ਦੇ ਨਿਰਣੇ ਕੀਤੇ ਹੋਏ ਹਨ। ਤੇ ਇਹ ਜੀਵ ਨੂੰ ਜਿਹੜਾ ਆਪਣਾ ਸਰੂਪ ਹੈ, ਇਹ ਤਿੰਨ
ਚੀਜ਼ਾਂ ਨੇ ਸਤ ਚਿੱਤ ਆਨੰਦ ਸਰੂਪ। ਹਰ ਇੱਕ ਨੂੰ ਸਤ ਤੇ ਚਿੱਤ ਇਹ ਪ੍ਰਗਟ ਹੈ। ਇਹ ਕਿਵੇਂ? ਕਿਸੇ ਨੂੰ ਪੁੱਛ ਕੇ ਵੇਖ ਲਓ ਵੀ ਤੂੰ ਹੈਗਾ, ਦਿਸਦਾ ਨਹੀਂ ਮੈਂ ਹੈਗਾ, ਹਾਂ ਮੈਂ ਹੈ। ਉਹ ਜਿਹੜਾ ਹੈ ਨਾ ਸੱਤ ਹੈ, ਉਹਦੀ ਹੋਂਦ ਹੈਗੀ ਹੈ। ਅਤੇ ਚਿੱਤ ਜਿਹੜਾ ਹੈ ਜਾਣਦਾ ਹੈ, ਕਹਿੰਦਾ ਮੈਂ ਜਾਣਦਾ, ਮੈਂ ਨਹੀਂ ਜਾਣਦਾ, ਉਹਨੂੰ ਚਿੱਤ ਕਹਿੰਦੇ। ਇਸ ਕਰਕੇ ਦੋ ਅੰਗ ਜਿਹੜੇ ਪ੍ਰਤੱਖ ਨੇ ਇਸ ਨੂੰ ਜੀਵ ਆਤਮਾ ਨੂੰ ਇੱਕ ਪਰੋਕਸ਼ ਹੈ। ਉਹ ਕੀ ਹੈ? ਆਨੰਦ ਨਹੀਂ ਹੈ। ਦੋ ਉਪਾਦਿਕ ਅੰਸ਼ ਭੇਦ ਕਰਕੇ ਤਾਂ ਇਸ ਨੂੰ ਸਾਖਿਆਤ ਹੈ। ਸਾਖਿਆਤ ਕਹਿ ਦਿਓ, ਪ੍ਰਗਟ ਕਹਿ ਦਿਓ, ਤੇ ਆਨੰਦ ਨਹੀਂ ਹੈ। ਤੇ ਪਰਮੇਸ਼ਰ ਜਿਹੜਾ ਉਹਨੂੰ ਇਹ ਆਨੰਦ ਸਰੂਪ ਹੀ ਹੈ। ਤੇ ਸੁਖ ਵਾਸਤੇ ਹੀ ਸਾਰੀ ਭੱਜ ਦੌੜ ਹੈ, ਆਨੰਦ ਵਾਸਤੇ ਹੀ ਸਾਰੀ ਭੱਜ ਦੌੜ ਹੈ। ਸਰੀਰਕ ਸੰਬੰਧ ਹੋਰ ਸ਼ਬਦ ਸਪਰਸ਼ ਰੂਪ ਰਸ ਵਿਸ਼ੇ ਪੰਜੇ ਗਿਆਨ ਇੰਦਰੀਏ ਜੇ ਰਸਨਾ ਦੇ ਸਵਾਦ ਹਨ, ਹੋਰ ਸਵਾਦ ਹੈ, ਉਹਦੇ ਵਿੱਚ ਆਨੰਦ ਹੀ ਹੈ। ਇਸ ਕਰਕੇ ਅਸਲੀ ਵੀ ਹੈ, ਅਸਲੀ ਭਾਂਤੀ ਪ੍ਰਤੀਤ ਹੁੰਦੀ ਹੈ ਚੀਜ਼। ਕੋਈ ਵੀ ਚੀਜ਼ ਹੈ ਉਹਦੇ ਵਿੱਚ ਹੈ ਪੁਣਾ ਤਾਂ ਹੈ ਉਹਦਾ, ਤੇ ਭਾਂਤੀ ਕਹਿੰਦੇ ਤੈਨੂੰ ਦਿਸਦੀ ਹੈ ਜਾਂ ਹੋਰ ਕਹਿੰਦੇ ਦਿਸਦੀ ਹੈ, ਉਹ ਪ੍ਰਤੀਤ ਹੁੰਦੀ ਹੈ। ਉਹ ਹੋ ਗਿਆ ਗਿਆਨ। ਤੇ ਪ੍ਰੈ ਹਰੇਕ ਚੀਜ਼ ਕਿਸੇ ਨੂੰ ਵੀ ਪਿਆਰੀ ਹੈ। ਤੇ ਉਹ ਹੋ ਗਿਆ ਆਨੰਦ। ਪਿਆਰੀ ਕੋ ਵੀ ਆਨੰਦਦਾਇਕ ਹੈ, ਪਿਆਰੀ ਚੀਜ਼ ਹੈ। ਇਉਂ ਪਰਮੇਸ਼ਰ ਦੇ ਇਹ ਦੋ ਸਰੂਪ ਹਨ। ਜਿਸ ਪਰਮੇਸ਼ਰ ਨੂੰ ਵੀ ਹਰ ਨਾਹੋ ਨ ਜਿਨ੍ਹਾਂ ਪਾਸ, ਪਾਸ ਤਾਂ ਹੈ ਵੀ ਕੋਲ ਚੀਜ਼, ਜਿਨ੍ਹਾਂ ਨੂੰ ਜਿਵੇਂ ਕਿਸੇ ਦੀ ਅੱਖ ਦੇ ਵਿੱਚ ਦੋਸ਼ ਹੋਇਆ ਹੋਵੇ ਤੇ ਗੋਲਕ ਤਾਂ ਉਸ ਦੀ ਬਣੀ ਦਿਸਦੀ ਹੈ, ਪਰ ਉਹ ਨਿਗਾਹ ਹੈ ਨਹੀਂ ਵਿੱਚ ਉਹਦੇ ਦੇਖਣ ਵਾਲੇ। ਜੇ ਕੋਲ ਵੀ ਹੋਵੇ ਉਹਨੂੰ ਦਿਸਦਾ ਹੀ ਨਹੀਂ ਹੈ। ਜਾਂ ਨੇਤਰਹੀਣ ਹੋਵੇ, ਇਸ ਤਰ੍ਹਾਂ ਹੀ ਇਹ ਤਾਂ ਅੱਖ ਦੁਆਰਾ ਗਿਆਨ ਹੁੰਦਾ ਹੈ। ਇਹ ਸੁਣਨ ਦਾ ਜਿਹੜਾ ਹੈ ਉਹ ਕੰਨਾਂ ਦੁਆਰਾ ਹੁੰਦਾ ਹੈ। ਜਿਹਦੇ ਬੋਲੇ ਕੰਨ ਹੋਣ ਉਹਨੂੰ ਸੁਣਦਾ ਹੀ ਨਹੀਂ ਹੈ। ਇਸ ਤਰ੍ਹਾਂ ਹੀ ਜਿਹਦੇ ਇੱਧਰ ਮਨ ਦੇ ਵਿੱਚ ਬੋਲਾਪਨ ਹੈ, ਉਹਨੂੰ ਨਾ ਤਾਂ ਅੰਦਰੋਂ ਨਾਮ ਸੁਣਦਾ ਹੈ ਤੇ ਨਾ ਬਾਹਰੋਂ ਹੀ ਸੁਣਦਾ ਹੈ। ਇਸ ਤਰ੍ਹਾਂ ਹੀ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪੜਦਾ ਹੈ ਹਉਮੈ ਦਾ, ਅਭਿਮਾਨ ਦਾ, ਉਹਨਾਂ ਨੂੰ ਚਾਹੇ ਕੋਲ ਹੀ ਹੈ, ਉਹਨਾਂ ਨੂੰ ਦਿਸਦਾ ਹੀ ਨਹੀਂ ਹੈ। ਸੋ ਇਹ ਜਿਹੜੀ ਵਿਚਾਰ ਹੋਈ ਹੈ ਵੀ ਦੋਸ਼ਾਂ ਤੋਂ
एक कवि ने जिक्र किया है, राम राम सबको कहे, दशरथ कहे न कोई। उस दे विच कटाक्ष है बाहरला भी राम का पिता दशरथ होया है। कहते राम राम तो सब कहते, दशरथ कहे न कोई, एक बार दशरथ कहे ते कोट जग फल। ਉਹਦੇ ਵਿੱਚ ਹੈ ਵੀ ਰਾਮ ਰਾਮ ਤਾਂ ਸਭ ਕੋਈ ਕਹਿੰਦਾ ਵੀ ਦਸ ਰਿਤ ਦਸਾਂ ਦੋਸ਼ਾਂ ਤੋਂ ਰਹਿਤ ਹੋ ਕੇ ਕੋਈ ਨਹੀਂ ਕਹਿੰਦਾ। ਜੇ ਦਸਾਂ ਦੋਸ਼ਾਂ ਤੋਂ ਰਹਿਤ ਹੋ ਕੇ ਕਵੇ ਤਾਂ ਬਸ ਫਿਰ ਕਾਰਜ ਸਰ ਗਿਆ। ਇੱਕ ਵਾਰੀ ਵੀ ਕਹਿ ਦੇਵੇ ਦਸਾਂ ਦੋਸ਼ਾਂ ਤੋਂ ਰਹਿਤ ਹੋ ਕੇ ਤੇ ਕਰੋੜਾਂ ਹੀ ਅਸਮੇਤ ਜਗ੍ਹਾ ਦਾ ਫਲ ਹੋ ਜਾਂਦਾ ਹੈ। ਭਾਵ ਪਰਮੇਸ਼ਰ ਦਾ ਸ਼ੁੱਧ ਬੋਧ ਹੋ ਜਾਂਦਾ ਹੈ। ਇਹ ਤਾਂ ਵਾਹਿਗੁਰੂ ਪਰਮੇਸ਼ਰ ਤੇ ਕੁਝ ਕੁ ਆਤਮਾ ਦੀ ਸੰਖੇਪ ਜਿਹੀ ਵਿਚਾਰ ਹੋਈ ਹੈ, ਕਿਉਂਕਿ ਇਸ ਦੇ ਨਾਲ ਹੀ ਇਹ ਸੁਣਨਾ ਪੜ੍ਹਨਾ ਫਿਰ ਉਹ ਬੈਠਿਆਂ ਕੋਈ ਇੰਨਾ ਕੁ ਬੋਧ ਹੋਊਗਾ ਅਤੇ ਫਿਰ ਪਤਾ ਵੀ ਲੱਗਦਾ ਜਾਊਗਾ ਵੀ ਹਾਂ ਵੀ ਇਹਦੇ ਵਿੱਚ ਆਸਾਰਤ ਬੰਦਾ ਤਿਸ ਲੱਗਿਆ ਹਰ ਨਾਹੋ ਨ ਜਿਨ੍ਹਾਂ ਪਾਸ। ਬਾਹਰ ਸੰਸਾਰ ਦੇ ਵਿੱਚ ਦੋ ਹੀ ਰੂਪਾਂ ਦੇ ਅੰਦਰ ਸੰਸਾਰ ਪਤੀ ਸਤੀ ਰੂਪ ਦੇ ਵਿੱਚ ਐਸੇ ਚਿੰਨ੍ਹਾਂ ਦੁਆਰਾ ਵਰਤ ਰਿਹਾ ਹੈ। ਪਰਮੇਸ਼ਰ ਦੀ ਆਪਣੀ ਹੈ, ਉਹਦੀ ਜਿਵੇਂ ਉਸ ਦੀ ਇੱਛਾ ਹੈ। ਇਹ ਦੋਵੇਂ ਚੀਜ਼ਾਂ ਹਰੇਕ ਜੂਨ ਦੇ ਵਿੱਚ ਹੀ ਬਣਾ ਦਿੱਤੀਆਂ ਅਤੇ ਉਹ ਫਿਰ ਜ਼ਰੂਰੀ ਹੈ ਉਹਦੇ ਅੰਦਰ ਐਸੀ ਵਸਤੂ ਵੀ ਰੱਖ ਦਿੱਤੀ ਹੈ ਵੀ ਇਹਨਾਂ ਦਾ ਮੇਲ ਹੋਵੇ। ਮੇਲ ਵਾਸਤੇ ਵੀ ਇਹ ਅਵਸ਼ ਉਹਦੇ ਵਾਸਤੇ ਮਜਬੂਰ ਹੋ ਜਾਣ। ਉਹ ਹੈ ਸਪਰਸ਼ ਦਾ ਸੁਖ। ਇਹ ਕੋਈ ਸਮਝ ਆ ਜਾਏ ਛੇਤੀ ਉਹਦੀ ਅਸਲੀ ਸ਼ੁੱਧ ਸਰੂਪ ਦੀ, ਉਹ ਜੋਤ ਸਰੂਪ ਦੀ, ਪਰਮਾਤਮ ਸਰੂਪ ਦੀ ਰੋਜ਼ ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਲੱਖ ਨ ਲਖਿਆ ਜਾਏ। ਰੱਬ ਬਸਦਾ ਹੈ ਅਤੇ ਹੈ ਉਹ ਜਿਹੜੀ ਸਾਡੀ ਬੁੱਧੀ ਹੈ ਉਹ ਨਹੀਂ ਸਮਝ ਸਕਦੀ। ਗੁਰੂ ਦੀ ਸ਼ਰਨ ਲਵੇ, ਗੁਰੂ ਦੀ ਸਿੱਖਿਆ ਸੁਣੇ ਅਤੇ ਸ਼ਰਧਾ ਦੇ ਨਾਲ ਉਹਨਾਂ ਦੇ ਬਚਨਾਂ ਨੂੰ ਮੰਨੇ। ਉਸ ਦੇ ਮੰਨਣ ਕਰਦਿਆਂ ਫਿਰ ਉਹਨੂੰ ਪਤਾ ਲੱਗ ਜੂਗਾ ਵੀ ਹਾਂ ਠੀਕ ਹੈ, ਉਹ ਵਸਦਾ ਹੈ। ਅਸਲੀ ਭਾਂਤੀ ਪ੍ਰੈਤਾ ਰੂਪ ਕਰਕੇ ਤਾਂ ਸਾਰੇ ਹੀ ਵਸ ਰਿਹਾ ਹੈ। ਸਚਿਤ ਆਨੰਦ ਸਰੂਪ ਕਰਕੇ ਨਾਲ ਸਾਖਿਆਤ ਹੋਣਾ ਇਹ ਕਠਿਨ ਹੈ। ਔਰ ਉਹਦੇ ਵਿੱਚ ਫਿਰ ਅਗਿਆਨ ਕਰਕੇ ਇਹ ਜਾਂ ਮਾਇਆ ਕਰਕੇ ਸ੍ਰਿਸ਼ਟੀ ਹੈ। ਅਗਿਆਨੇ ਲਾਏ ਸਵਾਲਿਆ, ਜੇ ਗਿਆਨ ਹੋ ਗਿਆ ਤਾਂ ਸ੍ਰਿਸ਼ਟੀ ਹੈ ਨਹੀਂ। ਉਹ ਤੁਸੀਂ ਕਹੋ
भी ये गल किवें भी ज्ञान हो गया तो सृष्टि है नहीं। सृष्टि नाम जिहड़ी कोई चीज़ मोटी तो सूखम विचारां ने इहदियां भी मोटी गल है भी जिहड़ी सृष्टि नाम है उत्पत्ति दा चीज़ दिसदी है पैदा होई हुई। प्रगट होई होए अखां नाल दिसदी है। पर ਜਿਹੜੀ ਕਿਤੇ ਭਰਮ ਪੈ ਜਾਏ ਜਿਸ ਤਰ੍ਹਾਂ ਆਮ ਹੈ ਰਾਜ ਭੁਅੰਗ ਪ੍ਰਸੰਗ ਜੈਸੇ ਹੈ। ਰਾਜ ਇੱਥੇ ਕਾਵ ਕਲਾ ਦੇ ਅਨੁਸਾਰ ਉਹ ਮਾਤਰਿਕ ਸ਼ਨ ਦੀ ਮਾਤਰਾ ਪੂਰੀ ਕਰਨ ਵਾਸਤੇ ਕਰਨਾ ਲੱਗਿਆ। ਵੈਸੇ ਰੱਜੂ ਹੈ, रज्जू नाम रस्सी दा आम है। रस्सी विंगी टेढ़ी हुंदी पई होवे किते पूरा ओहदा पता न लगे तो कहंदे भी सप है। ਇਹਦੇ ਵਿੱਚ ਵੀ ਵਿਚਾਰ ਵਾਲੀ ਗੱਲ ਹੈ ਵੀ ਜੇ ਪੂਰਾ ਹਨੇਰਾ ਹੋਵੇ ਨਾ ਫੇਰ ਨਹੀਂ ਰੱਸੀ ਦਿਸਦੀ, ਨਾ ਤੁਹਾਨੂੰ ਸੱਪ ਦਿਸੂਗਾ। ਤੇ ਜੇ ਪੂਰਾ ਚਾਨਣ ਹੋਵੇ ਫਿਰ ਵੀ ਨਹੀਂ ਉਹਦੇ 'ਚ ਭਰਮ ਪੈਂਦਾ। ਇਸ ਕਰਕੇ ਜਿਹੜੀ ਅਸਲੀ ਜਿਸ ਦੇ ਆਸਰੇ ਰੱਸੀ ਦੇ ਆਸਰੇ ਹੀ ਉਹ ਸੱਪ ਮਾਲੂਮ ਹੋਇਆ, ਉਹ ਰੱਸੀ ਦਾ ਗਿਆਨ ਨਹੀਂ ਹੋਇਆ। ਸਮਝ ਨਹੀਂ ਆਈ ਵੀ ਰੱਸੀ ਹੈ ਜਿਹੜਾ ਆ ਜਾਂਦੀ ਤੇ ਸੱਪ ਸੁਪ ਉੱਥੇ ਕਿੱਥੇ ਸੀਗਾ। ਪਰ ਸੱਪ ਉੱਥੇ ਉਹਨੂੰ ਜਿਹਨੂੰ ਕਹਿੰਦਾ ਉਹ ਕਹਿੰਦਾ ਸੱਪ ਹੈ, ਲਿਆਓ ਕੁਛ ਚਾਨਣ ਲਿਆਓ ਜਾਂ ਛੋਟੀ ਛਾਟੀ ਲਿਆਓ। ਉਹਦਾ ਗਿਆਨ ਨਹੀਂ ਹੈ। ਉਸ ਦਾ ਵਿਸ਼ੇਸ਼ ਰੂਪ ਕਰਕੇ ਅਗਿਆਨ, ਸਮਾਨ ਰੂਪ ਕਰਕੇ ਗਿਆਨ, ਉਸ ਜਗ੍ਹਾ ਭਰਮ ਹੋਊਗਾ। ਇਹ ਭਰਮ ਦੇ ਵੀ ਹੈ। ਇਹ ਭਰਮ ਵੀ ਇਹ ਇਸ ਤਰ੍ਹਾਂ ਦੇ ਨਾਲੇ ਭਗਤ ਜੀ ਨੇ ਵੀ ਗੱਲ ਕਹਿ ਦਿੱਤੀ ਵੀ ਇਹ ਹੁਣ ਕੁਛ ਪਤਾ ਲੱਗਿਆ ਅਬ ਕੁਛ ਮਰਮ ਜਨਾਇਆ। ਸਰਬੇ ਇੱਕ ਅਨੇਕ ਸੁਆਮੀ ਸਭ ਘਟ ਭੋਗ ਵੈਸ ਹੋਈ, ਕਹਿ ਰਵਿਦਾਸ ਸਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਉਹਦਾ ਇਸੇ ਤਰ੍ਹਾਂ ਹੀ ਸਾਨੂੰ ਸਮਾਨ ਗਿਆਨ ਤਾਂ ਹੈਗਾ ਆ, ਪਰ ਉਹ ਅਗਿਆਨ ਕਰਕੇ ਨਾ ਪਰਮੇਸ਼ਰ ਦਾ ਤੇ ਸਾਨੂੰ ਇਹ ਸਾਰਾ ਕੁਛ ਪ੍ਰਤੀਤ ਹੋ ਰਿਹਾ ਹੈ। ਇਸ ਤੋਂ ਅੱਗੇ ਹੋਰ ਵੀ ਵਰਤਦੀਆਂ ਚੀਜ਼ਾਂ ਹੈਗੀਆਂ ਇਹ, ਤੇ ਜਦੋਂ ਵਿਚਾਰ ਕਰੀਏ ਤਾਂ ਫਿਰ ਔਖੀਆਂ ਜਿਹੀਆਂ ਲੱਗਦੀਆਂ ਵੀ ਸੂਖਮ ਜਿਹਾ ਨਿਰਣਾ ਹੈ। ਜਿਸ ਤਰ੍ਹਾਂ ਸੁਪਨਾ ਸਾਰਿਆਂ ਨੂੰ ਹੀ ਆਉਂਦਾ ਹੈ, ਸੁਪਨੇ ਵਿੱਚ ਰਚਨਾ ਰਚੀ ਜਾਂਦੀ ਹੈ, ਬੇਅੰਤ ਹੈ। ਉੱਥੇ ਕੁਛ ਹੋਰ ਗੱਲ ਹੈ। ਕਈ ਤਾਂ ਕਹਿੰਦੇ ਸੁਪਨਾ ਦੇਖੀ ਚੀਜ਼ ਦਾ ਹੁੰਦਾ, ਕਈ ਵਾਰੀ ਨਹੀਂ ਜਿਹੜੀਆਂ ਦੇਖੀ ਉਹਨਾਂ ਦਾ ਵੀ। ਉੱਥੇ ਵਿਦਿਆ ਦਾ ਸਾਖਸ਼ਾਤਕਾਰ ਪ੍ਰਣਾਮ ਹੈ, ਉਹਦੀ ਬਦਲ ਹੈ। ਜੋ ਸੁਪਨਾ ਦੇਖਣਾ ਤੈਸੇ ਜਗ ਕਉ ਜਾਨ, ਇਨਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਸ ਨੂੰ ਕਹਿੰਦੇ ਵਿਵੇਕ। ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਪੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨੋ। ਇਹ ਝੂਠ ਸੀ ਲੱਗੇ ਫਿਰਦੇ ਹਾਂ ਆਪਾਂ ਤਾਂ ਸਾਰੀ ਦੁਨੀਆ। ਸੱਚ ਸਰੂਪ ਤਾਂ ਪਰਮੇਸ਼ਰ ਹੈ, ਜਿਹਨੂੰ ਉਹ ਸਾਖਾਤ ਹੋ ਗਿਆ ਉਹ ਸੱਚ ਹੈ, ਬਾਕੀ ਝੂਠ 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 ਦੁਨੀ ਗੁਮਾਨ। ਉਹਦਾ ਗੁਮਾਨ ਕਰਨ ਵਾਲਾ ਵੀ ਝੂਠਾ ਹੀ ਹੈ, ਝੂਠੀ ਦੁਨੀਆ ਹੈ। ਭਰਮ ਰੂਪ ਹੈ। ਇਸ ਕਰਕੇ ਉਹਦੀ ਜਿਹੜੀ ਨਿਵਰਤੀ ਹੈ ਉਹਨਾਂ ਚਿਰ ਤਾਂ ਉਹ ਪ੍ਰਤੀਤ ਫਿਰ ਵੀ ਸੱਪ ਹੈ ਨਹੀਂ,
ਇਕਨਾਂ ਨੇ ਤਾਂ ਨਿਵਰਤੀ ਕਹੋ ਅਭਾਵ ਕਹੋ ਕਿ ਹੈ ਨਹੀਂ, ਉਹ ਤਾਂ ਕਲਪਿਤ ਵਸਤੂ ਦੀ ਨਿਵਰਤੀ, ਉਹਦਾ ਗਿਆਨ ਹੋ ਕੇ ਉਹਦਾ ਹੀ ਰੂਪ ਹੋ ਜਾਂਦੀ ਹੈ। ਉੱਥੇ ਜਿਹੜਾ ਅਭਾਵ ਸਤ ਰੂਪ ਨਹੀਂ ਹੈ। ਇਸ ਦੇ ਉੱਤੇ ਬਹੁਤ ਸ਼ਾਸਤਰਾਂ ਦਾ ਵੱਖੋ ਵੱਖਰਾ ਵਿਚਾਰ ਹੈ ਔਰ ਬੜੀ ਚਰਚਾ ਹੈ, ਥੋੜ੍ਹੀ ਨਹੀਂ ਹੈ। ਇਹ ਹੁਣ ਕਿਤੇ ਤਾਂ ਇਹ ਕਿਹਾ ਗੁਰੂ ਮਹਾਰਾਜ ਨੇ ਇਹ ਸਾਰੇ ਹੀ ਪਰਮੇਸ਼ਰ ਹੈ, ਹੋਰ ਕੋਈ ਹੈ ਹੀ ਨਹੀਂ। ਜਿਹਨੂੰ ਹੋਰ ਕੋਈ ਹੈ ਹੀ ਨਹੀਂ, ਉਹ ਜਿਹਨੂੰ ਰੱਸੀ ਦਾ ਗਿਆਨ ਹੋ ਗਿਆ, ਉਹਨੂੰ ਰੱਸੀ ਤੋਂ ਬਿਨਾਂ ਹੈ ਹੀ ਨਹੀਂ ਕੋਰ। ਇਸ ਤਰ੍ਹਾਂ ਜਿਹਨੂੰ ਪਰਮੇਸ਼ਰ ਦਾ ਗਿਆਨ ਹੋ ਗਿਆ, ਉਹਦੇ ਵਾਸਤੇ ਹੈ ਹੀ ਨਹੀਂ, ਸੰਸਾਰ ਹੈ ਹੀ ਨਹੀਂ। ਉਸ ਦੀ ਨਿਵਰਤੀ ਹੈ। ਇਸੇ ਤਰ੍ਹਾਂ ਹੀ ਸੁਖਾਲੇ ਸੁਖਾਲੇ ਅਸੀਂ ਹਮੇਸ਼ਾ ਰੱਬ ਵਿੱਚ ਲੀਨ ਹੁੰਦੇ ਹਾਂ ਔਰ ਬਹੁਤ ਲੀਨ ਹੁੰਦੇ ਹਾਂ। ਸਾਡੇ ਮਨ ਬੁੱਧ ਹਰੇਕ ਦੀ ਸਰ ਜੀ ਗੱਲ ਕਹਤੀ ਹੈ, ਹਰੇਕ ਹੀ ਲੀਨ ਹੁੰਦਾ ਹੈ। ਪਰ ਉਹ ਜਿਹੜਾ ਗਿਆਨ ਸਹਿਤ ਤੇ ਅਗਿਆਨ ਸਹਿਤ, ਇਹ ਵੀ ਜਿਹੜੀ ਸੁਖੋਪਤੀ ਅਵਸਥਾ ਹੈ, ਗਾੜੀ ਨੀਂਦ ਹੈ, ਉਹਦੇ ਵਿੱਚ ਸਾਰੇ ਰੋਜ਼ ਆਪਾਂ ਲੀਨ ਹੁੰਦੇ ਹਾਂ। ਕੋਈ ਨਹੀਂ ਕਹਿ ਸਕਦਾ ਵੀ ਨਹੀਂ। ਜਿਹਨੂੰ ਉਹ ਨੀਂਦ ਆਉਣੀ ਹਟ ਜਾਓ ਤਾਂ ਉਹਦਾ ਦਿਮਾਗ ਹੀ ਖਰਾਬ ਹੋ ਜਾਂਦਾ ਹੈ। ਐਸੀ ਪਰਮੇਸ਼ਰ ਨੇ ਬਣਾਤੀ ਹੈ। ਅਤੇ ਉਹ ਨੀਂਦ ਜਿਹੜੀ ਹੈ ਬਹੁਤ, ਕਹਿੰਦੇ ਕੋਈ ਥੱਕਿਆ ਆਦਮੀ ਚੰਗੀ ਨੀਂਦ ਆ ਜੇ, ਕਹਿੰਦੇ ਬੜਾ ਹੀ ਆਨੰਦ ਆਇਆ ਅੱਜ। ਉਹ ਆਨੰਦ ਰੂਪ ਹੀ ਹੈ। ਪਰਮੇਸ਼ਰ ਵੀ ਆਨੰਦ ਸਰੂਪ ਹੀ ਹੈ। ਤਿਤ ਜਾਏ ਬਹਿ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲਿਹੋ, ਹਰ ਤਤ ਨਾ ਖੋਈਐ। ਇਹ ਵਿਚਾਰ ਹੋ ਰਹੀ ਹੈ। ਤੇ ਉਹ ਉੱਥੇ ਪਤਾ ਨਹੀਂ, ਇਸ ਤਰ੍ਹਾਂ ਉਹ ਤਾਂ ਹੈ ਜਿਹੜੇ ਗੁਰਮੁਖ ਵਾਹਿਗੁਰੂ ਦੇ ਉੱਥੇ ਅਗਿਆਨ ਹੈ। ਉੱਥੇ ਦੇਖ ਲਓ ਕੋਈ ਚੀਜ਼ ਨਹੀਂ ਹੈ, ਨਾ ਸੰਸਾਰ ਹੈ ਗਾੜੀ ਨੀਂਦ ਦੇ ਵਿੱਚ, ਨਾ ਆਪਣਾ ਇਹ ਸਰੀਰ ਹੈ। ਇਸੇ ਤਰ੍ਹਾਂ ਹੀ ਜਦੋਂ ਪਰਮੇਸ਼ਰ ਵਿੱਚ ਲੀਨ ਹੋ ਗਿਆ ਗਿਆਨ ਦੁਆਰਾ, ਨਾ ਉੱਥੇ ਇਹ ਸਰੀਰ ਹੈ, ਨਾ ਸੰਸਾਰ ਹੈ, ਨਾ ਕਾਰਨ ਹੈ, ਨਾ ਕਾਰਜ ਹੈ। ਪਰ ਉਹ ਸਾ ਅਵਰਨ ਹੈ। ਅਵਰਨ ਕਹਿੰਦੇ ਪਰਦੇ ਦਾ, ਅਗਿਆਨ ਦਾ। ਜਿਹੜੇ ਗੁਰਮੁਖ ਨਾਮ ਜਪਦੇ ਹੈ, ਉਹਨਾਂ ਨੂੰ ਸੂਝ ਬੂਝ ਪਰਮੇਸ਼ਰ ਦੀ, ਉੱਥੇ ਉਹ ਬ੍ਰਹਮਾਕਾਰ ਬਿਰਤੀ ਹੁੰਦੀ ਹੈ। ਉੱਥੇ ਪੂਰਨ ਸੁਖ ਉਹਦਾ ਗਿਆਨ ਹੈ। ਉਹਦੀਆਂ ਅੱਗੇ ਤੋਂ ਅੱਗੇ ਅਵਸਥਾਵਾਂ ਹਨ। ਉਹਦੇ ਯਤਨ ਹੋਣਾ ਚਾਹੀਦਾ ਹੈ। ਪਹਿਲਾਂ ਤਾਂ ਕਥਾ ਕਰਨੀ ਉਹਨਾਂ ਨੂੰ ਚਾਹੀਦੀ ਹੈ, ਜਿਹਨੂੰ ਇਹ ਆਪਣਾ ਬੋਧ ਹੋਇਆ ਹੋਵੇ। ਇਹ ਤਾਂ ਮੇਰੇ ਵਰਗੇ ਐਵੇਂ ਕਥਾ ਕਰ ਲਓ, ਸਤਿਕਾਰ ਹੋ ਜੂ ਜੀ, ਮਾਇਆ ਆ ਜੂ ਜੀ, ਗਿਆਨੀ ਬਣ ਗਏ ਜੀ। ਅਤੇ ਕੰਮ ਜਿਹੜੇ ਉਹ ਆਮ ਸਧਾਰਨ ਆਦਮੀਆਂ ਨਾਲੋਂ ਵੀ ਹੋਰ ਤਰ੍ਹਾਂ ਦੇ ਹੋਣੇ। ਸੋ ਇਹ ਜੇ ਮਹਾਂਪੁਰਸ਼ ਕੋਈ ਵਿਰਲੇ ਹੀ ਹੁੰਦੇ ਨੇ, ਜਿਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਹੋਵੇ। ਪਹਿਲਾਂ ਤੋਂ ਹੀ ਜਤ ਪਹਾਰਾ ਉਹਨਾਂ ਦਾ ਹੁੰਦਾ, ਜਿਵੇਂ ਇਹ ਪਿੰਡਰਾਂ ਵਾਲੇ ਮਹਾਂਪੁਰਸ਼ ਹੋਏ।
ਸੰਤ ਬਾਬਾ ਸੁੰਦਰ ਸਿੰਘ ਜੀ। ਇਹ ਪਿੰਡਰਾਂ ਵਾਲੀ ਵੀ ਉਹਨਾਂ ਦੀ ਦੇਣ ਹੋਈ ਸੰਪਰਦਾਏ। ਸੰਗ ਭਲੀ ਪ੍ਰਕਾਰ ਕੋਈ ਪਰ ਵਿਸ਼ੇਸ਼ ਕਰਕੇ ਦੇਣ ਦਿੰਦੀ ਆਈ ਹੋਵੇ ਉਹਨੂੰ ਸੰਪਰਦਾਇ ਕਹਿੰਦੇ ਆ। ਉਹਨਾਂ ਦੇ ਭਾਈ ਇਹ ਪਹਿਲਾਂ ਸੀ ਪੂਰਨ ਤੇ ਫੇਰ ਹੋ ਇੱਧਰਲੇ ਪਾਸੇ ਲੱਗੇ। ਸੋ ਕੋਈ ਹੋਵੇ ਇਸ ਗੱਲ ਦੇ ਵਿੱਚ ਇਹ ਕਥਾ ਸੁਣਨ ਵਾਲਾ ਹੈ ਚਾਹੇ ਕਰਨ ਵਾਲਾ ਹੈ, ਤੇ ਇਹ ਤੋਂ ਬਿਨਾ ਸਭ ਵਿਅਰਥ ਹੀ ਹੈ, ਬੇਕਾਰ ਹੈ। ਉਹਦੇ ਕਿਸੇ ਜਿਹੜਾ ਪਰਮ ਪ੍ਰਯੋਜਨ ਹੈ ਉਹਨੂੰ ਸਿੱਧ ਕਰਨ ਵਾਸਤੇ ਉਹਦੇ ਕੋਈ ਕੰਮ ਨਹੀਂ ਹੈ। ਹਾਂ, ਦੁਨੀਆ ਦੇ ਕੰਮ ਦੁਨੀਆ ਦੇ ਵਾਸਤੇ ਚੰਗੇ ਹੈ। ਅਵਰ ਕਾਜ ਤੇਰੇ ਕਿਤੇ ਨਾ ਕੰਮ। ਇਹਦਾ ਕੀ ਮਤਲਬ ਵੀ ਹੋਰ ਕੰਮ ਤੇਰੇ ਹੋਰ ਮਤਲਬ ਨਹੀਂ। ਦੁਨੀਆ ਕੰਮ ਕਰੀ ਜਾਂਦੀ ਹੈ, ਉਹਨਾਂ ਤੋਂ ਮਤਲਬ ਲੈਂਦੀ ਹੈ, ਚੀਜ਼ਾਂ ਲੈਂਦੀ ਹੈ। ਇਹ ਕੀ ਗੱਲ ਹੈ? ਅਵਰ ਕਾਜ ਤੇਰੇ ਕਿਤੇ ਨਾ ਕੰਮ। ਤੇਰਾ ਅਸਲੀ ਪ੍ਰਯੋਜਨ ਸਿੱਧ ਕਰਨ ਵਾਸਤੇ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ, ਇਹ ਪ੍ਰਯੋਜਨ ਹੈ, ਆਸ਼ਾ ਹੈ, ਮਜ਼ਮੂਨ ਹੈ ਉਸ ਸ਼ਬਦ ਦਾ। ਉਹਦੇ ਨਹੀਂ, ਉਹਦੇ ਅਰਥ ਨੂੰ ਸਮਝ ਕੇ ਉਹ ਮਿਲ ਸਾਧ ਸੰਗਤ ਜਿਸ ਕੇ ਜੋ ਉਹਨੂੰ ਪਰਮ ਪ੍ਰਯੋਜਨ ਨੂੰ ਸਿੱਧ ਕਰਨਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾ। ਵੀ ਹੋਰ ਸਾਧਨਾਂ ਦੀ ਵੀ ਲੋੜ ਨਹੀਂ। ਗੁਰੂ ਕੀ ਸਿੱਖਿਆ ਅਨੁਸਾਰ ਉਹਨੂੰ ਕਮਾਓ ਅਤੇ ਉਹ ਨਾਮ ਫੇਰ ਮਿਲ ਦੇਗਾ ਵਾਹਿਗੁਰੂ ਪਰਮੇਸ਼ਰ ਨਾਲ ਉਸ ਦਾ ਅਗਿਆਨ ਦੂਰ ਕਰਕੇ। ਹਾੜ ਦਾ ਮਹੀਨਾ ਹੈ, ਇਸ ਦੇ ਵਿੱਚ ਦੇਸ਼ਾਂ ਦਾ ਵੀ ਭੇਦ ਹੈ। ਇਹ ਗੁਰੂ ਮਹਾਰਾਜ ਨੇ ਆਪਣੇ ਦੇਸ਼ ਖਾਸ ਕਰਕੇ ਪੰਜਾਬ ਦੇ ਵਿੱਚ ਹੀ ਉਹ ਪਹਿਲਾ ਤੁਖਾਰੀ ਵਾਲਾ 12 ਮਹਾਂ ਔਰ ਇੱਥੇ ਵੀ ਇਹ ਉਚਾਰਨ ਕੀਤਾ, ਉਸ ਮਾਹੌਲ ਦੇ ਅਨੁਸਾਰ ਉਚਾਰਨ ਕੀਤਾ ਹੈ। ਕਈਆਂ ਠੰਡ ਹੀ ਪੈਂਦੀ, ਉੱਥੇ ਗਰਮੀ ਹੈ ਹੀ ਨਹੀਂ। ਆਸ਼ਾੜ ਤਪੰਦਾ ਤਿਸ ਲੱਗੈ। ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਹੈ। ਹਰ ਨਾਹੋ ਨ ਜਿਨ੍ਹਾਂ ਪਾਸ। ਪਹਿਲਾ ਪਤੀ ਸਤੀ ਰੂਪਕ ਅਲੰਕਾਰ ਦੁਆਰਾ ਵਰਣਨ ਕੀਤਾ ਗਿਆ ਹੈ। ਇੱਥੇ ਹੈ ਵੀ ਹੁਣ ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੈ। ਇਹ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ। ਅਤੇ ਉਹ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਜਿੰਦ ਜਾਨ ਦੇ ਕੋਲ ਨਹੀਂ ਹੈ, ਭਾਵ ਸਾਖਿਆਤ ਨਹੀਂ ਹੈ, ਉਹ ਨਹੀਂ ਹੋਇਆ, ਉਹਨਾਂ ਨੂੰ ਇਹ ਤਪਦਾ ਲੱਗਦਾ ਹੈ। ਕਹਿੰਦੇ ਜੀ ਹਾੜ ਦੇ ਮਹੀਨੇ ਵਿੱਚ ਵੀ ਐਸੇ ਸਾਧਨ, ਕਈ ਕਮਰੇ ਬਣਾਏ ਜਾਂਦੇ ਨੇ, ਠੰਡੇ ਹੁੰਦੇ ਹੈ, ਕੂਲਰ ਲਾਏ ਜਾਂਦੇ ਹੈ, ਉੱਥੇ ਤਾਂ ਤਪਸ਼ ਲੱਗਦੀ ਨਹੀਂ। ਉਹ ਹੋਏ ਇਹ ਵਾਕ ਸਤਿਗੁਰੂ ਸਾਹਿਬ ਜੀ ਦਾ ਕੈਸੇ ਹੋਇਆ? ਸਦ ਲਕਸ਼ਣ ਹੈ ਜਾਂ ਅਸਦ ਲਕਸ਼ਣ ਹੈ? ਇਹ ਠੀਕ ਹੈ ਨਹੀਂ। ਇਸ ਕਰਕੇ ਇਹਦਾ ਅਰਥ ਇਹ ਨਹੀਂ ਹੈ। ਸਤਿਗੁਰੂ ਸਾਹਿਬ ਜੀ ਦਾ ਪ੍ਰਯੋਜਨ ਜ਼ਰਾ ਅੰਤਰਮੁਖ ਹੋਈਏ, ਉਹ ਹੈ। ਅੱਗੇ ਉਹ ਪਤੀ ਵੀ ਨਹੀਂ ਹੈ ਜਿਹੜਾ ਕੋਈ ਸਰੀਰਕ ਸੰਬੰਧ ਕਰਕੇ ਹੈ। ਉਹ ਵਾਹਿਗੁਰੂ ਪਰਮੇਸ਼ਰ ਨੂੰ ਕਿਹਾ ਹੈ, ਉਹਨੂੰ ਛੱਡ ਕੇ ਉਹ ਰੱਖਣਾ, ਉਹਦੇ ਨਾਲ ਮਿਲਾਪ ਹੋਣਾ ਹੈ। ਆਸ਼ਾੜ ਤਪੰਦਾ ਤਿਸ ਲੱਗੈ। ਬਾਹਰ ਤਾਂ ਸੂਰਜ ਦੀ ਗਰਮੀ ਦੇ ਨਾਲ ਕਿਰਨਾਂ ਉਸਦੀਆਂ ਨਿਕਲਦੀਆਂ ਨੇ ਬਹੁਤ ਤੇਜ਼, ਧਰਤੀ ਤਪਦੀ ਹੈ, ਹਵਾ ਵੀ ਤਪ ਜਾਂਦੀ ਹੈ। ਅਤੇ ਇੱਧਰਲੇ ਪਾਸੇ
ਅਗਿਆਨ ਕਰਕੇ ਜਾਂ ਮਾਇਆ ਕਰਕੇ, ਜਿੰਨੀ ਮਾਇਆ ਸਿਖਰ ਦੀ ਹੁੰਦੀ ਹੈ ਕਿਸੇ ਦੇ ਪਾਸ ਤੇ ਸਤਸੰਗਤ ਨਹੀਂ ਹੈ, ਗੁਰੂ ਦੀ ਸ਼ਰਨ ਨਹੀਂ ਹੈ, ਉਹ ਮਾਇਆ ਜਾਂ ਅਗਿਆਨ ਕਹੋ, ਅਗਿਆਨ ਕੀ ਨਾ ਜਾਣਨਾ, ਨਾ ਸਮਝਣਾ। ਉਹਦੇ ਲੱਛਣ ਕੀ ਤੇ ਵਾਹਿਗੁਰੂ ਦਾ ਭੁੱਲ ਜਾਣਾ, ਦੂਜੇ ਪਾਸੇ ਲੱਗ ਜਾਣਾ, ਇਹਨੂੰ ਮਾਇਆ ਕਹਿ ਦਿੰਦੇ ਆ। ਤੇ ਇੱਧਰ ਜਿਹੜੀ ਹੈ ਵੀ ਅਗਿਆਨ ਰੂਪੀ ਸੂਰਜ ਹੈ, ਉਸ ਦੀਆਂ ਰਾਗ ਦਵੈਸ਼ ਕਿਰਨਾਂ ਨੇ, ਤੇ ਇੱਧਰ ਬੁੱਧੀ ਰੂਪੀ ਧਰਤੀ ਹੈ। ਬੁੱਧੀ ਜਿਹੜੀ ਹੈ ਉਸ ਦੀ ਜਿਹੜੀ ਹੈ ਆਪਣੇ ਤ੍ਰਿਸ਼ਨਾ ਜਿਹੜੀ ਹੈ ਉਸ ਦੀ ਤਪਸ਼ ਹੈ, ਰਾਗ ਦਵੈਸ਼ ਈਰਖਾ ਇਹਦੀ ਤਪਸ਼ ਹੈ। ਉਸ ਦੇ ਅੱਗੇ ਹੋਰ ਜਿਹੜੇ ਉਸ ਦੇ ਨਾਲ ਇਹਨੂੰ ਪੈਦਾ ਕਰਦੇ ਨੇ ਉਹ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਸਿੱਧੇ ਹੀ ਕਰਦੇ ਆ। ਜੇ ਕਿਸੇ ਨੂੰ ਕ੍ਰੋਧ ਆਉਂਦਾ ਉਹਦਾ ਤਾਂ ਸਰੀਰ ਵੀ ਤਪ ਜਾਂਦਾ, ਅੱਖਾਂ ਵੀ ਲਾਲ ਹੋ ਜਾਂਦੀਆਂ, ਇਹ ਹਟ ਜਾ ਪਰੇ, ਹੁਣ ਨਹੀਂ ਦਿਸਦਾ ਕੁਛ ਵੀ। ਇਹਦਾ ਮਿੰਟ ਸਕਿੰਟ ਨਹੀਂ ਲਾਉਂਦਾ। ਇਸ ਕਰਕੇ ਇਹ ਬਲਵਾਨ ਹੋਇਆ ਕਿ ਦੂਸਰੇ ਬਲਵਾਨ ਹੋਏ, ਜਾਂ ਜਿਹੜੀ ਅਸ਼ਟਮੀ ਤੱਤਵ ਹੈ ਕਾਮ ਜਿਸ ਨੂੰ ਕਹਿੰਦੇ ਵੀ ਉਹ ਬਲਵਾਨ ਹੈ ਕਿ ਇਹ ਬਲਵਾਨ ਹੈ। ਇਹਨੇ ਤਾਂ ਮਿੰਟ ਸਕਿੰਟ ਨਹੀਂ ਲਾਇਆ ਕਿ ਗੋਲੀ ਮਾਰੋ ਚਾਹੇ ਤਲਵਾਰ ਕੱਢ ਕੇ ਮਾਰ ਦਿਓ, ਪਾਰ ਹੋ ਗਿਆ। ਉਹ ਤਾਂ ਹਾਲੇ ਲਾਊਗਾ ਕਿਸੇ ਨਾਲ, ਐਸੀ ਖਿੱਚ ਪਊਗੀ ਜਾਂ ਮੋਹ ਹੋਊਗਾ ਤੇ ਫੇਰ ਹੀ ਉਧਰਲੇ ਪਾਸੇ ਸਪਰਸ਼ ਵੱਲ ਪ੍ਰਵਿਰਤ ਹੋਊਗਾ। ਤੇ ਫੇਰ ਇਹ ਆਪਣਾ ਬਲ ਵਿਖਾਉਂਦੇ ਆ। ਉਹ ਕਹਿੰਦਾ ਮੈਂ ਇਸ ਤਰ੍ਹਾਂ ਬਲਵਾਨ ਹੈ, ਜਿਹੜਾ ਇਹਨਾਂ ਦਾ ਪਾਤਸ਼ਾਹ ਹੈ ਉਹਨੂੰ। ਸੋ ਇਹਨਾਂ ਦੀ ਜਿਹੜੀ ਤਪਸ਼ ਹੈ ਨਾ, ਹਿਰਦੇ ਦੇ ਵਿੱਚ ਈਰਖਾ ਹੋਣੀ, ਹੰਕਾਰ ਹੋਣਾ ਤੇ ਮੋਹ ਹੋਣਾ, ਚੀਜ਼ਾਂ ਦੀ ਉੱਥੇ ਖਚਤਜਾਈ ਹੋਣੀ, ਤੇ ਵਿਸ਼ੇ ਵਾਸ਼ਨਾ ਹੋਣੀ ਤੇ ਲੋਭ ਹੋਣਾ। ਇਹ ਹੈ ਇਹਨਾਂ ਦੇ ਵਿੱਚ। ਇਹ ਹੁਣ ਅਸਾੜ ਤਪੰਦਾ ਤੁਸ ਲੱਗਾ, ਜਿਸ ਵਿੱਚ ਆਸ਼ਾ ਤੇ ਤ੍ਰਿਸ਼ਨਾ ਦੇ ਧਰਤੀ ਰੇਤਲੀ ਹੋਵੇ ਤੇ ਸੂਰਜ ਤਪਦਾ ਹੋਵੇ ਤੇ ਉਸ ਦੇ ਵਿੱਚੋਂ ਗਰਮੈਸ਼ ਦੇ ਨਾਲ ਭਖ ਜਿਹੀ ਉੱਠਦੀ ਹੈ ਤੇ ਐਂ ਹੁੰਦਾ ਵੀ ਪਾਣੀ ਪਿਛੇ। ਉਸ ਨੂੰ ਜਿਹੜੀ ਹੈ ਉਹਨੂੰ ਕਈ ਜਿਹੜੇ ਜਿੱਥੇ ਇਲਾਕੇ 'ਚ ਪਾਣੀ ਘੱਟ ਰਿਹਾ, ਕਈ ਹਰਨੀ ਉਹ ਪਾਣੀ ਸਮਝ ਕੇ ਭੱਜਦੇ ਭੱਜਦੇ ਉੱਥੇ ਹੀ ਮਰ ਜਾਂਦੇ ਆ। ਇਸ ਤਰ੍ਹਾਂ ਹੀ ਮਨ ਭੱਜਦਾ 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 ਜਾਂ ਹੋਰ ਸੁਭਾਪਤ ਵੀ ਹੋ ਜਾਂਦਾ, ਫਿਰ ਜੂਨਾਂ 'ਚ ਹੋਰ ਪਈ ਚੱਲੋ। ਅਸਾੜ ਤਪੰਦਾ ਤਿਸ ਲਗੈ ਹਰਨਾ, ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਐਸਾ ਸੂਰਜ ਹੈ ਔਰ ਤ੍ਰਿਸ਼ਨਾ ਦੀ ਤਪਸ਼ ਹੈ, ਦਵੈਸ਼ ਹੈ, ਈਰਖਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਸਾਖਿਆਤ ਰੂਪ ਹੋ ਕਰਕੇ ਨਹੀਂ ਪ੍ਰਗਟ ਹੈ। ਨਾਲ ਹੀ ਇਹੋ ਜਿਸ ਤਰ੍ਹਾਂ ਵੀ ਜਿਨ੍ਹਾਂ ਨੂੰ ਹੈ ਵੀ ਕੋਲ ਹੀ ਮੇਰੇ, ਤਾਂ ਜਿਵੇਂ ਪ੍ਰਹਿਲਾਦ ਭਗਤ ਨੂੰ ਸੀ, ਉਹ ਹਰ ਇੱਕ ਚੀਜ਼ ਨੂੰ ਵੀ ਪ੍ਰਹਿਲਾਦ ਨੂੰ ਅੱਗ ਵਿੱਚ ਵੀ ਸੁੱਟਿਆ, ਪਾਣੀ ਵਿੱਚ ਵੀ ਸੁੱਟਿਆ, ਜਿਹੜਾ ਬਚਾਉਣ ਵਾਲਾ ਉਸਦੇ ਪਾਣੀ ਹੋਰ ਬਣਾਏ ਉਹ ਬਚਾਉਂਦਾ ਹੈ, ਉਦੋਂ ਵੀ ਬਚਾ ਦਿੰਦਾ ਹੈ। ਅਤੇ ਇਹ ਜਿਹੜੀ ਹੈ ਅੰਦਰੂਨੀ ਤਪਸ਼ ਹੈ, ਇਹ ਵੀ ਉਹਨਾਂ ਨੂੰ ਹੀ ਲੱਗਦੀ ਹੈ ਜਿਨ੍ਹਾਂ ਦੇ ਕੋਲ ਵਾਹਿਗੁਰੂ ਪਰਮੇਸ਼ਰ ਸਾਖਿਆਤ ਨਹੀਂ ਹੈ। ਚਲੀਏ। ਇਹ ਦੇਖ ਲਓ ਸਾਰਾ ਸੰਸਾਰ ਹੈ, ਇਹਨੂੰ ਬਣਾਉਣ ਵਾਲਾ ਵੀ ਉਹੀ ਹੈ, ਚਲਾਉਣ ਵਾਲਾ ਵੀ ਉਹੀ ਹੈ, ਅਤੇ ਉਸ ਤੋਂ ਬਿਨਾਂ ਕੋਈ ਚੀਜ਼
ਸਭ ਤੋਂ ਹਵਾ ਹੈ, ਤੱਤ ਹੈ, ਪਾਣੀ ਹੈ, ਹੋਰ ਸਾਰੇ ਬਣਾਏ ਹੈ, ਅਤੇ ਇਹਨਾਂ ਦਾ ਹੀ ਸਰੀਰ ਰਚਿਆ ਹੋਇਆ ਹੈ, ਅਤੇ ਉਹਨਾਂ ਨੂੰ ਚਲਾਉਣ ਵਾਲਾ ਹੈ। ਜਿਸ ਤਰ੍ਹਾਂ ਹੁਣ ਵੀ ਆਪਾਂ ਬੋਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਬਾਹਰਲੀ ਹਵਾ ਬਹੁਤ ਜ਼ਰੂਰੀ ਹੈ, ਉਹ ਸਾਡੀ ਜਿੰਦ ਜਾਨ ਖੁਰਾਕ ਹੈ, ਇੱਕ ਇੱਕ ਸਵਾਸ ਦੇ ਵਿੱਚ ਔਰ ਅੰਦਰ ਜਾਂਦੀ ਹੈ। ਪਰ ਉਹ ਸਵਾਸ ਜਿਹੜਾ ਅੰਦਰਲਾ ਅਤੇ ਬਾਹਰਲੀ ਵੀ ਹੈ, ਅਤੇ ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨਾ, ਬੋਲ ਕੇ ਤਾਂ ਦੱਸੇ। ਕਹਿੰਦੇ ਚਲੇ ਗਿਆ ਭੌਰ, ਕੋਈ ਕਹਿੰਦਾ ਕੋਈ ਜੋਤ ਜਾ ਹੋਰ ਆਪਣੀ ਖਿੱਚ ਲੈਂਦਾ। ਇਸ ਤਰ੍ਹਾਂ ਉਸਨੂੰ ਕਿਹਾ ਜਗ ਜੀਵਨ ਉਹ ਜਗਤ ਦਾ ਜੀਵਨ ਰੂਪ ਹੈ, ਜਿੰਦ ਜਾਨ ਹੈ, ਉਹਦੇ ਨਾਲ ਹੀ ਸਾਰਿਆਂ 'ਚ ਜਿੰਦ ਜਾਨ ਹਰਕਤ ਹੋ ਰਹੀ ਹੈ, ਜਾਂ ਚੀਜ਼ਾਂ ਵੱਧ ਫੁੱਲ ਰਹੀਆਂ ਨੇ, ਹਰੀਆਂ ਭਰੀਆਂ ਹੋ ਰਹੀਆਂ ਨੇ ਉਸਦੀ ਸਤਤਾ ਦੇ ਨਾਲ। ਜਗ ਜੀਵਨ ਪੁਰਖ ਤਿਆਗ ਕੈ ਸੰਧੀ ਆਸ, ਫੇਰੇ ਤ੍ਰਿਸ਼ਨਾ ਤਪ ਸ਼ਰਾਗ ਦਵੈਸ਼ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਵਿੱਚ ਲੱਗੇ ਹੋਏ, ਵਾਹਿਗੁਰੂ ਨੂੰ ਛੱਡ ਕੇ, ਵਾਹਿਗੁਰੂ ਦੀ ਭਗਤੀ ਜਾਂ ਸਤਸੰਗਤ ਨੂੰ ਛੱਡ ਕੇ, ਅਤੇ ਫਿਰ ਆਪਾਂ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਜਿਨ੍ਹਾਂ ਕੋਲ ਆਹ ਕੰਮ ਹੋ ਸਕਦਾ ਉਹਨਾਂ ਦੀ ਓਟ ਲੈਂਦੇ ਹਾਂ, ਮਨੁੱਖਾਂ ਦੀ, ਵਾਹਿਗੁਰੂ ਨੂੰ ਛੱਡ ਕੇ। ਹਾਲੇ ਸਭ ਕੁਛ ਉਹ ਵਾਹਿਗੁਰੂ ਪਰਮੇਸ਼ਰ ਦੇ ਰਿਹਾ ਹੈ, ਦੇਣ ਵਾਲਾ ਹੈ। ਦੇਣਹਾਰ ਪ੍ਰਭ ਛੋੜ ਕੇ ਲਾਗੇ ਅਨ ਸੁਆਏ, ਨਾਨਕ ਕਹੂ ਨਸੀ ਜੀ ਬਿਨ ਨਾਵੇ ਪਤ ਜਾਏ। ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ, ਵੀ ਮਨੁੱਖਾਂ ਦੀ ਆਸ, ਕੋਈ ਰਾਜਿਆਂ ਦੀ ਆਸ, ਕੋਈ ਵੀ ਇੱਥੋਂ ਚਲੋ ਮਿਲੂਗਾ ਆਹ ਚੀਜ਼ ਹੈ, ਅਤੇ ਉਸ ਵਾਹਿਗੁਰੂ ਨੂੰ ਜਿਹਦੇ ਸਭ ਨਿਧਾਨ ਦਾ ਸਸਧਾਨ ਠਾਕੁਰ ਕਰ ਤਲ ਧਰਿਆ, ਵੀ ਉਹ ਉਹਦੇ ਨਾਲ ਕੋਈ ਉਹਨਾਂ ਅਸੂਲਾਂ ਨੂੰ ਅਪਣਾ ਕੇ ਉਹਦੇ ਵੱਲੀ ਹੋਵੇ ਸਹੀ। ਅਤੇ ਜਿਵੇਂ ਹੱਥ ਦੇ ਉੱਤੇ ਕੋਈ ਚੀਜ਼ ਰੱਖੀ, ਦੇਰ ਨਹੀਂ ਲੱਗਦੀ ਦੇਣ ਨੂੰ, ਇਸ ਤਰ੍ਹਾਂ ਵਾਹਿਗੁਰੂ ਦਿੰਦਾ ਹੈ। ਚਲੋ ਜੀ। ਦੋਇਆ ਭਾਏ ਬਗੁਚੀਆ, ਗੱਲ ਪਈ ਸੋ ਜਮ ਕੀ ਫਾਸ, ਕਿ ਦੋਏ ਦੂਜੇ ਪਾਸੇ ਭਾਏ ਪ੍ਰੇਮ ਖਿੱਚ ਪੈਣ ਦੇ ਨਾਲ ਫਿਰ ਨੁਕਸਾਨ ਕੀ ਹੁੰਦਾ ਹੈ ਵਾਹਿਗੁਰੂ ਨੂੰ ਛੱਡ ਕੇ। ਦੋਏ ਪਾਏ ਬਗੁਚੀ ਹੈ, ਫਿਰ ਅੰਤ ਨੂੰ ਖਰਾਬ ਹੋਣਾ ਪੈਂਦਾ ਹੈ। ਕਿਉਂ? ਵੀ ਜਮ ਜਿਹੜੇ ਆ ਕੇ ਫਿਰ ਗਲ ਦੇ ਵਿੱਚ ਫਾਹੀ ਪਾਉਂਦੇ ਹੈ, ਉਹ ਫਿਰ ਲੈ ਜਾਂਦੇ ਹੈ। ਚਲੋ ਜੀ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਦੇਖੋ ਇੱਕ ਦ੍ਰਿਸ਼ਾਂਤ ਬਾਹਰਲਾ ਹੈ, ਕਿਸੇ ਕੋਲ ਧਰਤੀ ਹੈ, ਜਿਹਾ ਜਿਹਾ ਉਸ ਦੇ ਵਿੱਚ ਬੀਜਦਾ ਹੈ, ਉਹ ਉੱਗਦਾ ਹੈ, ਵੱਡਾ ਹੁੰਦਾ ਹੈ, ਉਹਦੀ ਪਾਲਣਾ ਕਰਦਾ ਹੈ, ਉਸ ਤੋਂ ਫਲ ਕੇ ਲੁਣੇ ਵੱਢਦਾ ਹੈ, ਉਹਨੂੰ ਕਣਕ ਨੂੰ ਵੱਢਦੇ ਮਸ਼ੀਨਾਂ ਨਾਲ ਕੱਢਦੇ ਹੈ, ਉਹਦੇ ਵਿੱਚੋਂ ਅੰਨ ਨਿਕਲਦਾ, ਉਹੀ ਨਿਕਲਣਾ ਜਿਹੜਾ ਬੀਜਿਆ ਸੀ। ਦੂਜੀ ਚੀਜ਼ ਸਨ। ਇਸੇ ਤਰ੍ਹਾਂ ਹੀ ਮੱਥਾ ਜੋ ਹਿਰਦਾ ਹੈ, ਇਹ वेदांती लोग अंतःकरण कहते हैं और उसका लक्षण भी करते हैं जो शरीर के अंतर होवे और ज्ञान का असाधारण कारण होवे, सो अंतःकरण कहिए। मत्था जो लिखियास जिहड़ा हृदय दे विच, शरीर तो इत्थे रह जूगा, जिहड़ा साडा सूक्ष्म शरीर है मन बुद्ध चित्त, उस दे नाल 5 ਗਿਆਨ ਇੰਦਰੀਏ, 5 ਕਰਮ ਇੰਦਰੀਏ, 5 ਪ੍ਰਾਣ, 15 ਤੇ ਮਨ ਬੁੱਧ ਰਲਾ ਕੇ 17 ਤੱਤਾਂ ਦਾ ਕਹਿੰਦੇ ਆ। ਜੇ ਉਹਨੂੰ ਦੂਜਿਆਂ ਨੂੰ ਰਲਾ ਤੇ 19 ਚੀਜ਼ਾਂ ਦਾ ਕਹਿ ਦਿੰਦੇ ਆ। ਤੱਤ ਕਹਿ ਦਿਓ, ਚੀਜ਼ ਕਹਿ ਦਿਓ। ਮੱਥਾ ਜੋ ਲਿਖਿਆਸ, ਜੋ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਉਹ ਜਿਹਾ ਜਿਹਾ ਉਹਨੂੰ ਕਰਮ ਕੀਤਾ ਉਹਦੇ ਅਨੁਸਾਰ ਵਾਹਿਗੁਰੂ ਨੇ ਲਿਖ ਦਿੱਤਾ ਵੀ ਇਹ ਤੈਨੂੰ ਫਲ ਭੋਗਣਾ ਹੀ ਪੈਣਾ ਹੈ। ਜੇ ਚੰਗਾ ਕਰਮ ਕੀਤਾ ਚੰਗਾ ਲਿਖ ਦਿੱਤਾ, ਮਾੜਾ ਕੀਤਾ ਮਾੜਾ ਲਿਖ ਦਿੱਤਾ ਹੈ। ਕੁਛ ਇਹ ਮਨੁੱਖਾ ਦੇਹ ਦੇ ਵਿੱਚ ਸੁਤੰਤਰਤਾਈਆਂ ਹੈ ਨਾ, ਦੂਜੇ ਜੀਵਨਾਂ ਨੂੰ ਬਹੁਤ ਹੈ। ਬੁੱਧੀ ਹੈ, ਵਿਸ਼ੇਸ਼ ਹੈ, ਹੱਥ ਪੈਰ ਹੈ, ਸਮਝਦਾ ਸੂਝਦਾ,
ਸੰਗਤ ਹੋ ਜਾਏ ਤਾਂ ਮਾੜਾ ਕਰਮ ਕਰ ਲੈਂਦਾ, ਸੰਗਤ ਹੋ ਜਾਏ ਤਾਂ ਚੰਗਾ ਹੋ ਜਾਂਦਾ। ਅਤੇ ਹਰ ਵੇਲੇ ਵਿਚਾਰਾਂ ਹੁੰਦੀਆਂ ਭਾਈ ਸੰਗਤ ਕਰੋ, ਸੰਗਤ ਕਰੋ। ਉਹਨਾਂ ਗੁਰਮੁਖਾਂ ਦੀ ਜਿਹੜੇ ਗੁਰੂ ਕੀ ਸਿੱਖਿਆ 'ਤੇ ਚੱਲਣ ਵਾਲੇ ਨੇ, ਮੱਥਾ ਜੋ ਲਿਖਿਆ ਉਹ ਸੰਸਕਾਰ ਰੂਪ ਕਰਕੇ ਹੋਰ ਕੇ ਲਿਖਿਆ ਜਾਂਦਾ ਹੈ। ਸਾਡੇ ਮਨ ਦੇ ਵਿੱਚ ਫੁਰਨੇ ਕਿਉਂ ਉੱਠਦੇ ਆ? ਜਿਹੜਾ ਕੱਲ੍ਹ ਅਸੀਂ ਕੰਮ ਕੀਤਾ, ਮਹੀਨਾ ਪਰ ਕੰਮ ਕੀਤਾ, ਜਦੋਂ ਉਹਨੂੰ ਚੇਤੇ ਕਰਾਂਗੇ, ਜਿਹਨੂੰ ਚਿੱਤ ਕਹਿੰਦੇ ਹੈ, ਅਤੇ ਉਹ ਸਾਨੂੰ ਚੇਤੇ ਆ ਜੂ। ਉਹ ਸੰਸਕਾਰ ਨੇ, ਉਹ ਸੰਸਕਾਰ ਜਿਹੜੇ ਨੇ ਉਹ ਫਿਰ ਮਨ ਦੇ ਵਿੱਚ ਫੁਰਨਾ ਰੂਪ ਹੋ ਕੇ ਉੱਠਦੇ ਆ। ਗੱਲ ਹੀ ਨਹੀਂ ਹੈ। ਜਿਹੜੇ ਗੁਰਮੁਖ ਨੇ ਉਹਨਾਂ ਸੰਸਕਾਰਾਂ ਨੂੰ ਮੇਟ ਕੇ ਵਾਹਿਗੁਰੂ ਦੀ ਸ਼ਰਨ ਵੀ ਤੇਰੀ ਕਿਰਪਾ ਗੁਰਪ੍ਰਸਾਦ ਕਰਦੇ ਕਰਦੇ ਉਹ ਜਿਹੜਾ ਨਾਮ ਜਪਦੇ ਹਨ, ਦੋ ਗੱਲਾਂ ਹੁੰਦੀਆਂ। ਇੱਕ ਤਾਂ ਕਹਿੰਦੇ ਬਾਣੀ ਪੜ੍ਹਦੇ ਹਾਂ ਜੀ, ਸਾਡਾ ਮਨ ਨਹੀਂ ਲੱਗਦਾ, ਮਨ ਭੱਜ ਜਾਂਦਾ ਹੈ, ਉਹ ਚੰਚਲ ਹੈ। ਇਹਨੂੰ ਵਿਖੇਪ ਸ਼ਕਤੀ ਕਹਿੰਦੇ ਅਵਰਨ ਦੀ। ਅਤੇ ਦੂਸਰੇ ਹੈਗਾ ਆ ਵੀ ਪਤਾ ਹੀ ਨਹੀਂ, ਰੱਬ ਦਾ ਪਤਾ ਹੀ ਨਹੀਂ ਲੱਗਦਾ ਹੈ ਵੀ ਕਿ ਨਹੀਂ ਹੈ, ਉਹ ਅਵਰਨ ਸ਼ਕਤੀ ਹੈ। ਅਤੇ ਹੈ ਵਾਹਿਗੁਰੂ ਨੇ ਮਾਇਆ ਬਣਾਈ, ਵਾਹਿਗੁਰੂ ਨੇ ਅਗਿਆਨ ਬਣਾਇਆ। ਜਦੋਂ ਵਾਹਿਗੁਰੂ ਦੀ ਸ਼ਰਨ ਲਾਂਗੇ, ਪੈਰ ਛੱਡਾਂਗੇ, ਇਹਨੇ ਤਾਂ ਦਿਆਲੂ ਹੋ ਹੀ ਜਾਣਾ ਹੈ। ਉਹਦਾ ਸਦਾ ਹੀ ਸਦਾ ਦਿਆਲ ਹੈ, ਕਿਰਪਾਲੂ ਹੈ, ਪਤਿਤ ਪਾਵਨ ਹੈ। ਕੀ ਕਹਿੰਦੇ ਜੀ, ਹੁਣ ਸਾਡੇ ਤਾਂ ਇੰਨੇ ਪਾਪ ਕੀਤੇ, ਅਸੀਂ ਤਾਂ ਇਹ ਭਗਤੀ ਕਰ ਹੀ ਨਹੀਂ ਸਕਦੇ, ਅਸੀਂ ਤਾਂ ਪਾਪੀ ਬਹੁਤ ਹੈ, ਨਾਮ ਜਪਈਏ ਕਿਵੇਂ ਜਾਂ ਹੋਰ ਨਹੀਂ। ਉਹਨਾਂ ਵਾਸਤੇ ਵੀ ਕਿਹਾ ਹੈ ਵਾਹਿਗੁਰੂ ਪਤਿਤ ਪਾਵਨ ਹੈ। ਜਿੰਨੇ ਵੀ ਪਾਪ ਕੀਤੇ ਜਾਂ ਹੋਰ ਚੀਜ਼ ਹੈ, ਤੁਸੀਂ ਭਗਤੀ ਕਰੋ। ਜਦੋਂ ਇਸ ਸਟੇਜ ਦੇ ਉੱਤੇ ਭਗਤੀ ਪਹੁੰਚ ਗਈ ਤੇ ਸਭ ਖਤਮ। ਇਸ ਕਰਕੇ ਇਹ ਵੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਅਜਹੂ ਕਛ ਬਿਗੜਿਓ ਨਹੀਂ, ਆਸ ਰੱਖੋ ਜੋ ਪ੍ਰਭ ਗੁਣ ਗਾਵੈ, ਕਉ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਜੇ ਗੁਰੂ ਵਾਲਾ ਹੋ ਕੇ ਅੰਮ੍ਰਿਤ ਛਕ ਕੇ ਕੋਈ ਕੁਰੈਤ ਨਾ ਹੋਈ ਹੋਵੇ, ਨਿਤਨੇਮ ਕਰਦਾ ਹੋਵੇ, ਹਾਲੇ ਗਿਆਨ ਨਾ ਹੋਇਆ ਹੋਵੇ, ਵਾਹਿਗੁਰੂ ਪਰਮੇਸ਼ਰ ਸਾਖਿਆਤ ਨਾ ਹੋਇਆ ਹੋਵੇ, ਫਿਰ ਵੀ ਗੁਰੂ ਮਹਾਰਾਜ ਦੇ ਬਚਨ ਨੇ ਵੀ ਉਹਨੂੰ ਅਸੀਂ ਨਰਕ 'ਚ ਨਹੀਂ ਪੈਣ ਦਿਆਂਗੇ। ਦੂਜੇ ਥਾਂ ਗੁਰਸਿੱਖ ਦੇ ਘਰ ਜਨਮ ਹੋ ਕੇ ਫਿਰ ਉੱਥੋਂ ਹੀ ਲੱਗ ਜਾਊਗਾ। ਜਿਵੇਂ ਕਿਸੇ ਦੀਆਂ 5 ਜਮਾਤਾਂ ਪੜ੍ਹੀਆਂ ਹੋਈਆਂ ਅਤੇ ਦੂਜੇ ਸਕੂਲ 'ਚ ਲੱਗੇ, ਉੱਥੋਂ ਹੀ ਲੱਗ ਜਾਂਦਾ, ਉਹ ਜਾਂਦਾ ਨਹੀਂ। ਕਿਉਂ? ਫਿਰ ਇਸੇ ਕਰਕੇ ਇਹਨੇ ਕਈਆਂ ਨੂੰ ਕਹਿੰਦੇ ਜੀ ਉਹਨੂੰ ਬੜੀ ਛੇਤੀ ਇਹ ਕਹਿੰਦਾ ਮੇਰਾ ਮਨ ਠੀਕ ਹੋ ਗਿਆ, ਮੈਨੂੰ ਬੜੀ ਛੇਤੀ ਚਾਨਣ ਹੋਇਆ। ਉਹਦਾ ਪਿਛਲਾ ਕੀਤਾ ਹੈ, ਉੱਥੋਂ ਹੀ ਸ਼ੁਰੂ ਹੋ ਗਿਆ, ਇਹ ਦੂਜਿਆਂ ਦਾ ਦੂਸਰਾ। ਸੋ ਇਹ ਹੈ ਵੀ ਇਹ ਦੋ ਸ਼ਕਤੀਆਂ ਜਿਹੜੀਆਂ ਨੇ, ਪੜ੍ਹੋ ਜੀ। ਮੱਥਾ ਜੋ ਲਿਖਿਆ, ਇਹ ਮੱਥੇ ਦੀ ਗੱਲ ਹੈ, ਜਿਹੜਾ ਮੱਥੇ 'ਤੇ ਲਿਖਿਆ ਹੋਇਆ। ਚਲੋ। ਬਿਹਾਰੀ ਪਛਤਾਣੀ, ਉੱਠ ਚੱਲੀ ਗਈ ਨਰਾਸ। ਹੁਣ ਬਾਹਰਲਾ ਦ੍ਰਿਸ਼ਟਾਂਤ ਹੈ, ਯੁਵਾ ਅਵਸਥਾ ਹੈ ਦੋਹਾਂ ਦੀ, ਪਤੀ ਸਤੀ ਦੀ, ਅਤੇ ਆਪਣੇ ਧਰਮ ਦੇ ਵਿੱਚ ਪੱਕੇ ਨੇ। ਅਤੇ ਆਪਣੇ ਪਤੀ ਜਿਹੜਾ ਹੈ ਉਹ ਕਿਤੇ ਦੂਰ ਗਿਆ ਜਾਂ ਨੇੜੇ, ਅਤੇ ਸੰਪਰਕ ਨਹੀਂ ਹੋਇਆ, ਫਿਰ ਰਾਤ ਐਵੇਂ ਵਿਅਰਥ ਚਲੀ ਗਈ। ਇਸ ਤਰ੍ਹਾਂ ਹੀ ਰਹਿਣ ਬਿਹਾਣੀ ਪਛਤਾਣੀ। ਇਹ ਰਹਿਣ ਇਹ ਅਵਸਥਾ ਦਾ ਨਾਂ ਹੈ, ਉਮਰ ਸਾਡੀ। ਜਦੋਂ ਇਹ ਬੀਤ ਗਈ ਨਾ, ਅਤੇ ਉੱਥੇ ਤਾਈਂ ਅਸੀਂ ਨਾ ਪਹੁੰਚੇ ਜਾਂ ਠੀਕ ਨਾ ਰਹੇ, ਅਤੇ ਫਿਰ ਪਛਤਾਤਾਪ ਹੀ ਹੋਊਗਾ। ਫਿਰ ਉਹ ਆਪਣੇ ਜਮ ਆਉਣਗੇ। ਰਹਿਣ ਬਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼। ਸਭ ਕੁਝ ਸੇਜਾ ਸਵਾਰੀ ਹੋਈ ਵੀ ਪਤੀ ਆਵੇਗਾ,
या होर होवे वो आए नहीं, क्यों श्रृंगार मिलन के ताई, हर न मिले जग जीवन गुस्साए। सब व्यर्थ गया उसका। इसने सारे साधन किए व्यर्थ है। जो उम्र के अखीर जी इस करके भी छेती तो छेती लगना चाहिए है परमेश्वर वाले, उसकी भगती वाले भी देर नहीं करनी चाहिए। फिर ठीक है। रहन बिहानी पछतानी उठ चली गई निराश, जिहड़ी आत्मा सी, जीव आत्मा सी, जिंद जान सी, ये फिर निराशी हो के भी हुण की होगा। फिर कदे खरे मनुखा जन्म की बारी आवे कि ना आवे। निराशा हो के जीव आत्मा चले जाता, कोई संग न साथी, गगन अकेला। चलिए जी। जिनका साधु भेटिया सो दरगाह होए खलास। हाँ, जिन्होंने ताई श्रेष्ठ गुरमुख, जिन्होंने मंतन साधिया, गुरसिखी नाल मनन बाणी है, वो मिल जान ते वो गुरु की शरण पा देंगे भी भाई असीं तो गुरु की सिक्ख्या नाल, उन्होंने कृपा नाल होए हैं, तू भी कर ला, सिक्ख्या लै ला तो मनन कर। जिनको साधु भेटिया से दरगाह होए खलास, वो फिर भगती करते, उन्होंने जम नेड़े नहीं आते, तो वो अपने उन्होंने कोई जूनां दा बंदी खाने नहीं होंगे, कोई नरकां दे विच या जन्म मरण के बंदी खाने विच नहीं पैंदे। चलिए। कर कृपा प्रभ अपनी, तेरे दर्शन होए प्यास। साध संगत विच भी होर फुरने नहीं चाहिए, या घर दे विच भी रहिंदे होया भी आ हो जाए आ हो जाए, अपनी किरत जरूर करनी है निभा वास्ते, धर्म दे या होर चीज़ दे। कर कृपा प्रभ अपनी, ये वाहिगुरू यही कर देने, इनू निष्कामता कहते हैं। तेरे दर्शन होए प्यास, तेरे दर्शनां दी तांग ते इच्छा जिहड़ी है वो वधी जावे भी महाराज कृपा करो। वो वैराग जिहड़ा वो दिनों दिन खिच वधी जावे, प्रेम ते वैराग दी। चलिए। दूजा को नहीं नानक की अरदास। ये महाराज सातों बिना होर कोई नहीं है। तुसीं गुरु स्वरूप धारण किया, गुरु नानक साहब दसो स्वरूप, होर कोई मिलन वाला नहीं। जैसा सतगुरु सुमिंदा तैसो ही मैं डीठ, विछड़िया मेले प्रभु हर दरगे का बासीठ। तो कच्चे ते अधूरे गुरु भी नहीं चाहिए। कलयुग बहुत इस तरह के ठाठ वाठ आपो अपने मतलब दे खुले हुए ने, उस तरह नहीं बड़े कठ वाठ ने। पर फिर बड़ो आषाढ़ सहंदा तिस लगा, जिस मन हर चरण निवास। पहली पंक्ति। प्रभ तुध बिन दूजा को नहीं नानक की अरदास। ये महाराज सातों बिना होर कोई कृपालू दयालु पतत पावन नहीं है। साड़ी तो थोड़े चरणों के विच ही अरदास बेनती है भी आप कृपा करके सानू दर्शन दियो। चलिए। आषाढ़ सहंदा तिस लगा, जिस मन हर चरण निवास। ये आषाढ़ का महीना भी शोभनीक, शोभा वाला, सत्कार वाला, सुख वाला किस तरह प्राप्त हो सकता है, लग सकता है। आषाढ़ संबंधा से जिस मन हर चरण निवास, इस विच वाहिगुरु परमेश्वर जो साक्षात गुरु स्वरूप है वो चरण वस जान। जिहड़े चरणों का ध्यान करते हैं वो चरणों का, तो चरण जिहड़े निराकार स्वरूप के अधिष्ठान स्वरूप है, अवर्ण पंग हो करके वो सारिਆਂ ਦਾ ही आसरा रूप है। जिस मन हर चरण निवास, उन्होंने ये दुआई पक्षां द्वारा पहाड़ तपदा किवें लगता है, तो शोभनीक वाला किवें हो सकता है, शांत रूप किवें हो सकता है। इसका विचार सतगुरु साहिब जी ने अपनी गुरबाणी दे विच फरमाया है। तो गुरु गोबिंद सिंह महाराज जी ने कृपा की है सारे गुरबाणी के अर्थों के विचार की, जो 300 साल भी आ रहा है, 300 साल दमने शाह गुरु महाराज ने अर्थ पढ़ाए है, उहदियां भी गुरमुख तैयारियां कर रहे हैं। नाल इस हाड़ के महीने के जोड़े महापुरुष अर्थ पढ़ाते रहे, संत बाबा ज्ञानी सुंदर सिंह जी और कमाई वाले हुए है, तो उन्होंने तो अगे पढ़े हुए
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹ ਵੀ ਭਾਈ 15 ਹਾੜ ਨੂੰ ਉਹਨਾਂ ਨੇ ਚੜ੍ਹਾਈ ਕੀਤੀ ਹੈ। ਅਤੇ ਉਹਨਾਂ ਦੇ ਪਾਸ ਹੀ ਰਹਿਣ ਵਾਲੇ ਭਗਤ ਜੀ, ਉਹਨਾਂ ਨੇ 16 ਨੂੰ 1 ਸਾਲ ਬਾਅਦ ਕੀਤੀ ਹੈ। ਉਹ ਵੀ ਦਿਹਾੜਾ ਆ ਰਿਹਾ ਹੈ। ਇਸ ਕਰਕੇ ਉਸ ਦਿਨ ਵੀ ਸੰਗਤ ਹੋਊਗੀ, ਵਿਚਾਰ ਹੋਊਗੀ। ਜਿਨ੍ਹਾਂ ਦੀ ਸ਼ਰਧਾ ਪ੍ਰੇਮ ਹੈ ਉਹ ਆਓ ਗੁਰੂ ਕੀ ਹਜ਼ੂਰੀ ਵਿੱਚ। ਜੈਸੇ ਜੈਸੇ ਗੁਰਮੁਖ ਵਿਚਾਰ ਦੱਸਣਗੇ ਉਹ ਸੁਣੀਏ। ਗੁਰੂ ਮਹਾਰਾਜ ਕਿਰਪਾ ਕਰਨ। ਇਹ ਜਿਹੜੀ ਵਿਚਾਰ ਹੋਈ ਹੈ ਇਸ ਨੂੰ ਮੰਨਣ ਦਾ ਬਲ ਬਖਸ਼ਣ। ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਟਾਈਮ ਕਾਫੀ ਹੋ ਗਿਆ, ਮੈਨੂੰ ਤਾਂ ਇੰਨੀ ਆਸ ਨਹੀਂ ਸੀ ਆਪਣੇ ਸਰੀਰ ਦੀ, ਪਰ ਇਹ ਤੁਹਾਡੇ ਪ੍ਰਤਾਪ ਨਾਲ ਜਾਂ ਮਹਾਰਾਜ ਦੀ ਕਿਰਪਾ ਨਾਲ ਵਿਚਾਰ ਹੋ ਗਈ ਹੈ। ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾਰ ਸਹੰਦਾ ਤਿਸ ਲਗਾ, ਜਿਸ ਮਨ ਹਰਿ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ।